हेलो फ्रेंड्स, वेलकम टू योर यूट्यूब चैनल इंग्लिश फैमिली 87। सो अपनी इस वीडियो के विच आपां गल करांगे अपनी जिहड़ी पोइम है ओड टू द वैस्ट विंड बाय पी.वी. शैले। BA एंड BCA समैसटर 6th दे विच आपां नूं इह जिहड़ी पोइम है वो हैगी अपनी थर्ड पोइम। सो इस पोइम दे विच की है, सिर्फ मैं तुहानूं ज़्यादा डिटेल दे विच नहीं दसांगा, ब्रीफ जिहा तुहानूं दस दिना कि इस पोइम दे विच है की है। उस तो अगे आपां इस दे लॉन्ग क्वेश्चन ने जिहड़े वो आपां करांगे, उस दे विच सारी पोइम बारे तुहानूं पता जिहड़ा वो चल जाएगा। सो देखो इस पोइम दे विच जिहड़ा शैले है आपां नूं की दसदा है, वो आपां नूं वैस्ट विंड पश्चिमी हवा जिहड़ी उस दे बारे आपां नूं दस्सिया गया। इस पोइम दे विच की दस्सिया गया है? सब तो पहला पॉइंट देखो, द पोइट शोज़ द इंपैक्ट ऑफ द वैस्ट विंड ऑन लैंड इन द स्काई एंड ऑन द सी। ਆਪਾਂ ਨੂੰ ਜਿਹੜੀ ਵੈਸਟ ਵਿੰਡ ਹੈ, ਪੱਛਮੀ ਹਵਾ ਹੈ, ਉਸ ਦਾ ਕੀ ਪ੍ਰਭਾਵ ਹੈ ਧਰਤੀ ਉੱਪਰ, ਆਕਾਸ਼ ਉੱਪਰ ਅਤੇ ਸਮੁੰਦਰ ਦੇ ਉੱਪਰ, ਇਹ ਆਪਾਂ ਨੂੰ ਦੱਸਿਆ ਗਿਆ। ਧਰਤੀ ਉੱਪਰ ਕਿਸ ਤਰ੍ਹਾਂ? ਧਰਤੀ ਉੱਪਰ ਦੋ ਤਰ੍ਹਾਂ ਨਾਲ ਜਿਹੜੀ ਵੈਸਟ ਵਿੰਡ ਹੈ ਉਹ ਪ੍ਰਭਾਵ ਪਾਉਂਦੀ ਹੈ। ਕਹਿੰਦਾ ਇੱਕ ਤਾਂ ਜਿਹੜੇ ਉਹ ਮਤਲਬ ਸੁੱਕੇ ਪੱਤੇ ਹੁੰਦੇ ਨੇ, ਜੋ ਵੀ ਦਰਖਤਾਂ ਦੇ ਉੱਪਰ ਲੱਗੇ ਹੋਏ ਜੋ ਪੱਤੇ ਝੜ ਜਾਂਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਉਹ ਉਡਾ ਕੇ ਲੈ ਜਾਂਦੀ ਹੈ। ਔਰ ਦੂਸਰਾ ਜਿਹੜੀ ਵੈਸਟ ਵਿੰਡ ਹੈ, ਉਹ ਜਿਹੜੇ ਬੀਜ ਹੁੰਦੇ ਨੇ ਦਰਖਤਾਂ ਦੇ ਜਾਂ ਪੌਦਿਆਂ ਦੇ, ਉਹਨਾਂ ਬੀਜਾਂ ਨੂੰ ਅੱਗੇ ਧਰਤੀ ਦੇ ਉੱਪਰ ਬਖੇਰ ਦਿੰਦੀ ਹੈ, ਜਿਹੜੇ ਕਿ ਬਸੰਤ ਰੁੱਤ ਦੇ ਵਿੱਚ ਪੌਦਿਆਂ ਦੇ ਰੂਪ ਦੇ ਵਿੱਚ ਹਰੇ ਹੋ ਜਾਂਦੇ ਨੇ। ਔਰ ਸਕਾਈ ਦੇ ਉੱਪਰ ਮਤਲਬ ਆਸਮਾਨ ਦੇ ਉੱਪਰ ਇਹ ਪ੍ਰਭਾਵ ਪਾਉਂਦੀ ਹੈ ਕਿ ਇਹ ਬੱਦਲਾਂ ਨੂੰ ਆਪਣੇ ਨਾਲ ਲਿਆਉਂਦੀ ਹੈ ਖਿੱਚ ਕੇ, ਜਿਹੜੇ ਕਿ ਆਪਾਂ ਨੂੰ ਵਰਖਾ ਦੇ ਰੂਪ ਦੇ ਵਿੱਚ ਪਾਣੀ ਹੈ ਜਿਹੜਾ ਉਹ ਦਿੰਦੇ ਨੇ। ਔਰ ਇਸੇ ਤਰ੍ਹਾਂ ਸਮੁੰਦਰ ਦੇ ਉੱਪਰ, ਸਮੁੰਦਰ ਦੀਆਂ ਲਹਿਰਾਂ ਦੇ ਉੱਪਰ ਪ੍ਰਭਾਵ ਪਾਉਂਦੀ ਹੈ। ਸਿਰਫ ਲਹਿਰਾਂ ਦੇ ਉੱਪਰ ਹੀ ਨਹੀਂ, ਬਲਕਿ ਸਮੁੰਦਰ ਦੇ ਅੰਦਰ ਜਿਹੜੇ ਪੇੜ ਪੌਦੇ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਪੱਛਮੀ ਹਵਾ ਇਹ ਪ੍ਰਭਾਵ ਪਾਉਂਦੀ ਹੈ। ਪੱਛਮੀ ਹਵਾ ਦੇ ਖੜਕੇ ਦੇ ਨਾਲ, ਪੱਛਮੀ ਹਵਾ ਦੀ ਮਤਲਬ ਆਵਾਜ਼ ਦੇ ਨਾਲ ਸਮੁੰਦਰ ਦੇ ਜਿਹੜੇ ਪੇੜ ਪੌਦੇ ਹੁੰਦੇ ਨੇ ਉਹ ਵੀ ਮਤਲਬ ਸ਼ੇਕ ਕਰਦੇ ਨੇ, ਉਹ ਵੀ ਹਿਲਦੇ ਜੁਲਦੇ ਨੇ। ਅਨਫੋਰਚੂਨੇਟਲੀ ਦ ਪੋਇਟ ਕੈਨ ਨਾਟ ਫੀਲ ਦ ਪਾਵਰ ਆਫ ਵੈਸਟ ਵਿੰਡ ਬਿਕੋਜ਼ ਹੀ ਇਜ਼ ਨਾਟ ਅ ਲੀਫ, ਅ ਕਲਾਉਡ ਔਰ ਅ ਵੇਵ। ਬਦਕਿਸਮਤੀ ਨਾਲ ਜਿਹੜਾ ਪੋਇਟ ਆ ਉਹ ਕਹਿੰਦਾ ਮੈਂ ਇਸ ਪੱਛਮੀ ਹਵਾ ਜਿਹੜੀ ਉਸ ਦੀ ਪਾਵਰ ਨੂੰ ਫੀਲ ਨਹੀਂ ਕਰ ਸਕਦਾ, ਕਿਉਂਕਿ ਮੈਂ ਇੱਕ ਪੱਤਾ, ਇੱਕ ਬੱਦਲ ਜਾਂ ਫਿਰ ਇੱਕ ਜਿਹੜਾ ਵੇਵ, ਇੱਕ ਲਹਿਰ ਹੈ ਉਹ ਨਹੀਂ ਹੈਗਾ। ਹੀ ਅਪੀਲਸ ਦਾ ਵੈਸਟ ਵਿੰਡ ਟੂ ਲਿਫਟ ਹਿਮ ਐਜ਼ ਅ ਲੀਫ, ਕਲਾਉਡ, ਵੇਵ। ਉਹ ਰਿਕੁਐਸਟ ਕਰਦਾ ਪੱਛਮੀ ਹਵਾ ਨੂੰ ਕਿ ਮੈਨੂੰ ਵੀ ਪੱਤੇ ਦੀ ਤਰ੍ਹਾਂ, ਬੱਦਲ ਦੀ ਤਰ੍ਹਾਂ ਅਤੇ ਜਾਂ ਫਿਰ ਇੱਕ ਲਹਿਰ ਦੀ ਤਰ੍ਹਾਂ ਪੱਛਮੀ ਹਵਾ ਮੈਨੂੰ ਉੱਪਰ ਚੁੱਕੇ। ਹੀ ਵਾਂਟਸ ਟੂ ਸਪਰੈਡ ਹਿਜ਼ ਰਿਵੋਲੂਸ਼ਨਰੀ ਆਈਡੀਆਜ਼ ਥਰੂ ਦ ਵੈਸਟ ਵਿੰਡ। ਮਤਲਬ ਵੈਸਟ ਵਿੰਡ ਜਿਸ ਤਰ੍ਹਾਂ ਕਿ ਬੀਜਾਂ ਨੂੰ ਬਿਖੇਰਦੀ ਹੈ, ਇਸੇ ਤਰ੍ਹਾਂ ਉਹ ਚਾਹੁੰਦਾ ਹੈ ਕਿ ਜਿਹੜੀ ਇਹ ਵੈਸਟ ਵਿੰਡ ਹੈ, ਪੱਛਮੀ ਹਵਾ ਹੈ, ਉਹ ਕਵੀ ਦੇ ਜਿਹੜੇ ਵਿਚਾਰ ਨੇ, ਰਿਵੋਲੂਸ਼ਨਰੀ ਆਈਡੀਆਜ਼ ਨੇ, ਕ੍ਰਾਂਤੀਵਾਦੀ ਵਿਚਾਰ ਨੇ, ਉਹਨਾਂ ਨੂੰ ਸੰਸਾਰ ਦੇ ਵਿੱਚ ਵਿਖੇਰੇ। ਹੀ ਸੇਜ਼ ਇਫ ਵਿੰਟਰ ਕਮਜ਼ ਕੈਨ ਸਪਰਿੰਗ ਵੀ ਫੇਅਰ ਬਿਹਾਈਂਡ। ਉਹ ਕਹਿੰਦਾ ਕਿ ਜੇਕਰ ਵਿੰਟਰ, ਸਰਦ ਰੁੱਤ ਆਉਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜਿਹੜੀ ਬਸੰਤ ਰੁੱਤ ਹੈ ਉਹ ਬਿਲਕੁਲ ਹੀ ਮਤਲਬ ਖਤਮ ਹੋ ਗਈ। ਨੋ, ਨੈਵਰ, ਕਦੇ ਨਹੀਂ। ਬਸੰਤ ਰੁੱਤ ਕਦੇ ਖਤਮ ਨਹੀਂ ਹੁੰਦੀ, ਉਹ ਹਮੇਸ਼ਾ ਚੱਲਦੀ ਰਹਿੰਦੀ ਹੈ। ਸੋ ਇਸੀ ਪੋਇਮ ਦੇ ਬਾਰੇ ਤੁਹਾਨੂੰ ਥੋੜ੍ਹਾ ਬਰੀਫ ਦੇ ਵਿੱਚ ਦੱਸਿਆ। ਹੁਣ ਦੇਖੋ ਇਸ ਤੋਂ ਅੱਗੇ ਆਪਾਂ ਇਸ ਦੇ ਲੌਂਗ ਕੁਐਸਚਨ ਨੇ ਜਿਹੜੇ ਉਹ ਆਪਾਂ ਕਰਦੇ ਹਾਂ। ਸੋ ਦੇਖੋ ਆਪਣਾ ਫਸਟ ਲੌਂਗ ਕੁਐਸਚਨ ਦੇਖੋ, ਜੇਕਰ ਸਮਰੀ ਆਪਾਂ ਤੋਂ ਪੁੱਛ ਲੈਤੀ ਜਾਵੇ, ਉਸ ਤੋਂ ਇਲਾਵਾ ਇਹ ਹੋਰ ਵੀ ਆਪਣੇ ਦੋ ਕੁਐਸਚਨ ਜਿਹੜੇ ਬਣਦੇ ਨੇ, ਤੁਸੀਂ ਪੜ੍ਹ ਸਕਦੇ ਹੋ। ਆਪਾਂ ਦੇਖੋ ਆਨਸਰ ਸਟਾਰਟ ਕਰਦੇ ਹਾਂ। ਸ਼ੈਲੇਜ਼ ਔਡ ਟੂ ਦ ਵੈਸਟ ਵਿੰਡ ਇਜ਼ ਹਿਜ਼ ਵਨ ਆਫ ਦ ਗ੍ਰੇਟੈਸਟ ਪੋਇਮਜ਼। ਉਹਦੇ ਵਧੀਆ ਪੋਇਮਜ਼ ਨੇ ਜਿਹੜੀਆਂ ਉਹਨਾਂ ਦੀਆਂ, ਸ਼ੈਲੇ ਦੀਆਂ, ਉਹਨਾਂ ਦੇ ਵਿੱਚੋਂ ਇੱਕ ਹੈ ਦ ਪੋਇਟ ਸ਼ੋਜ਼ ਇੰਪੈਕਟ ਆਫ ਦ ਵੈਸਟ ਵਿੰਡ ਔਨ ਦ ਲੈਂਡ ਇਨ ਦ ਸਕਾਈ ਐਂਡ ਔਨ ਦ ਸੀ। ਧਰਤੀ, ਆਸਮਾਨ ਅਤੇ ਸਮੁੰਦਰ ਦੇ ਉੱਤੇ ਪ੍ਰਭਾਵ ਹੈ ਜਿਹੜਾ ਵੈਸਟ ਵਿੰਡ ਦਾ, ਉਹ ਦੱਸਿਆ ਗਿਆ। ਹੀ ਦੈਨ ਡਿਸਕਵਰਜ਼ ਅ ਸਿਮਿਲੈਰਿਟੀ ਬਿਟਵੀਨ ਹਿਮਸੈਲਫ ਐਂਡ ਦ ਵੈਸਟ ਵਿੰਡ। ਉਸ ਤੋਂ ਅੱਗੇ ਉਹ ਪੱਛਮੀ ਹਵਾ ਅਤੇ ਆਪਣੇ ਵਿੱਚ ਜੋ ਸਿਮਿਲੈਰਿਟੀ ਹੈ ਉਹ ਮਤਲਬ ਆਪਾਂ ਨੂੰ ਦੱਸਦਾ। ਦ ਪੋਇਟ ਸ਼ੋਜ਼ ਦ ਪਾਵਰ ਆਫ ਵੈਸਟ ਵਿੰਡ ਔਨ ਲੈਂਡ ਇਨ ਟੂ ਵੇਜ਼। ਧਰਤੀ ਦੇ ਉੱਪਰ ਦੋ ਤਰੀਕਿਆਂ ਦੇ ਨਾਲ ਜਿਹੜੀ ਪੱਛਮੀ ਹਵਾ ਪ੍ਰਭਾਵ ਪਾਉਂਦੀ ਹੈ। ਦ ਵੈਸਟ ਵਿੰਡ ਇਜ਼ ਲਾਈਫ ਬਰੀਥ ਆਫ ਦ ਆਟਮ ਸੀਜ਼ਨ। ਜਿਹੜਾ ਆਟਮ ਸੀਜ਼ਨ ਹੈ, ਪਤਝੜ ਸੀਜ਼ਨ ਹੈ, ਉਸ ਦੇ ਲਈ ਲਾਈਫ ਬਰੀਥ ਹੈ ਮਤਲਬ ਇਹ ਜਿਹੜੀ ਵੈਸਟ ਵਿੰਡ ਹੈ, ਪੱਛਮੀ ਹਵਾ ਜਿਹੜੀ। ਵੈਨ ਇਟ ਬਲੋਜ਼, ਜਦੋਂ ਇਹ ਚੱਲਦੀ ਹੈ, ਇਟ ਕੈਰੀਜ਼ ਅਵੇ ਆਲ ਦ ਡੈਡ ਐਂਡ ਫਾਲਨ ਲੀਵਜ਼ ਐਗਜ਼ੈਕਟਲੀ ਇਨ ਦ ਸੇਮ ਵੇ ਐਜ਼ ਅ ਮੈਜੀਸ਼ੀਅਨ ਡਰਾਈਵਜ਼ ਅਵੇ ਗੋਸਟਸ ਐਂਡ ਈਵਲ ਸਪਿਰਿਟ। ਜਦੋਂ ਪੱਛਮੀ ਹਵਾ ਚੱਲਦੀ ਹੈ, ਇਹ ਮਤਲਬ ਜਿਹੜੇ ਦਰਖਤਾਂ ਤੋਂ ਝੜ ਜਾਂਦੇ ਨੇ ਪੱਤੇ, ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਬਹਾ ਕੇ ਲੈ ਜਾਂਦੀ ਹੈ, ਜਿਸ ਤਰ੍ਹਾਂ ਕਿ ਇੱਕ ਮਜੀਸ਼ੀਅਨ ਹੈ ਜਿਹੜਾ ਉਹ ਕਿਸੇ ਆਤਮਾ ਨੂੰ ਪਰੇ ਭੇਜ ਦਿੰਦਾ, ਮਤਲਬ ਆਪਣੇ ਜਾਦੂ ਦੇ ਨਾਲ। ਦ ਲੀਵਜ਼ ਟਰਨਡ ਜੈਲੋ। ਲੀਵਜ਼ ਨੇ ਜਿਹੜੇ ਪੱਤੇ ਨੇ ਮਤਲਬ ਪਹਿਲਾਂ ਪੀਲੇ ਹੁੰਦੇ ਨੇ, ਬਲੈਕ ਫਿਰ ਕਾਲੇ ਹੁੰਦੇ ਨੇ, ਪੇਲ ਐਂਡ ਸਿਕਲੀ
ਰੈੱਡ, ਉਸ ਤੋਂ ਬਾਅਦ ਪੇਲ ਮੱਧਮ ਹੋ ਜਾਂਦੇ ਨੇ ਐਂਡ ਫਿਰ ਸਿਕਲੀ ਰੈੱਡ, ਇੱਕ ਬਿਮਾਰ ਦੀ ਤਰ੍ਹਾਂ, ਜਿਸ ਤਰ੍ਹਾਂ ਬਿਮਾਰ ਹੁੰਦੇ ਨੇ ਲਾਲ ਹੋ ਜਾਂਦੇ ਨੇ, ਮਤਲਬ ਉਸ ਤਰ੍ਹਾਂ ਮਰ ਜਾਂਦੇ ਨੇ। ਦੇ ਲੁੱਕ ਲਾਈਕ ਅ ਕਰਾਊਡ ਆਫ ਡਿਸੀਜ਼ਡ ਪੀਪਲ, ਮਤਲਬ ਉਹ ਇਸ ਤਰ੍ਹਾਂ ਲੱਗਦੇ ਨੇ ਜਿੱਦਾਂ ਕਿ ਇੱਕ ਬਿਮਾਰ ਜਿਹੜੇ ਲੋਕਾਂ ਦਾ ਝੁੰਡ ਹੈ ਉਹ ਹੋਵੇ। ਡਰਿਵਨ ਆਫ ਹੋਪਲੈਸਲੀ, ਜਿਸ ਤਰ੍ਹਾਂ ਕਿ ਉਹ ਹੋਪਲੈਸਲੀ ਬਿਨਾਂ ਆਸ਼ਾ ਤੋਂ ਬਾਹਰ ਕੱਢੇ ਗਏ ਹੁਣ ਲੋਕ, ਇਸ ਤਰ੍ਹਾਂ ਲੱਗਦੇ ਨੇ ਉਹ ਪੱਤੇ। The poet also describes the power of the west wind on land, that it carries the seeds under the soil where they lie during the winter season। ਉਹ ਕੀ ਕਹਿੰਦਾ ਹੈ, ਕਹਿੰਦਾ ਜਿਹੜਾ ਇਹ ਪੱਛਮੀ ਹਵਾ ਹੈ ਇਹ ਬੀਜਾਂ ਨੂੰ ਮਤਲਬ ਜਿਹੜੇ ਆਪਣੀ ਮਿੱਟੀ ਹੈ ਉਸ ਦੇ ਵਿੱਚ ਲੈ ਜਾਂਦੇ ਨੇ, ਬੀਜਾਂ ਨੂੰ ਬਖੇਰਦੇ ਨੇ ਮਿੱਟੀ ਦੇ ਵਿੱਚ, ਜਿੱਥੇ ਉਹ ਵਿੰਟਰ ਸੀਜ਼ਨ ਦੇ ਡਿਊਰਿੰਗ, ਮਤਲਬ ਜਿੰਨਾ ਟਾਈਮ ਸਰਦ ਰੁੱਤ ਚੱਲਦੀ ਹੈ ਉਹ ਉਸ ਮਿੱਟੀ ਦੇ ਵਿੱਚ ਪਏ ਰਹਿੰਦੇ ਨੇ ਬੀਜ। ਦੇ ਆਰ ਲਾਈਕ ਡੈਡ ਬੋਡੀਜ਼ ਲੇਇੰਗ ਇਨ ਦੇਅਰ ਗ੍ਰੇਵਜ਼, ਮਤਲਬ ਇਸ ਤਰ੍ਹਾਂ ਲੱਗਦੇ ਨੇ ਜਿਸ ਤਰ੍ਹਾਂ ਕਿ ਉਹ ਬੀਜ ਨੇ ਜਿਹੜੇ ਆਪਣੀ ਕਬਰ ਦੇ ਵਿੱਚ ਪਏ ਨੇ। ਦੇ ਰਿਮੇਨਜ਼ ਦੇਅਰ ਅੰਟਿਲ ਦ ਸਪਰਿੰਗ ਸੀਜ਼ਨ ਕਮਜ਼, ਬਸੰਤ ਰੁੱਤ ਦੇ ਆਉਣ ਤੱਕ ਉਹ ਇੱਥੇ ਪਏ ਰਹਿੰਦੇ ਨੇ ਬੀਜ ਨੇ ਜਿਹੜੇ ਮਿੱਟੀ ਦੇ ਵਿੱਚ। these seeds begin to germinate as the spring season arrives, ਜਦੋਂ ਸਪਰਿੰਗ ਸੀਜ਼ਨ ਆਉਂਦਾ ਹੈ ਤਾਂ ਉਦੋਂ ਜਿਹੜੇ ਬੀਜ ਨੇ ਉਹ ਫੁੱਟਣੇ ਸ਼ੁਰੂ ਹੋ ਜਾਂਦੇ ਨੇ। the dreaming earth which looked lifeless earlier, ਜਿਹੜੀ ਕਿ ਪਹਿਲਾਂ ਲਾਈਫਲੈਸ ਲੱਗਦੀ ਸੀ ਅਰਥ ਹੈ ਜਿਹੜੀ ਉਹ ਧਰਤੀ, ਲੁਕਸ ਫੁੱਲ ਆਫ ਲਾਈਫ, ਉਹ ਫੁੱਲ ਆਫ ਲਾਈਫ ਲੱਗਣ ਲੱਗ ਜਾਂਦੀ ਹੈ ਜਦੋਂ ਮਤਲਬ ਬਸੰਤ ਰੁੱਤ ਆਉਂਦੀ ਹੈ। all the plains and hills are covered with flowers of different colors, ਜਿਹੜੀਆਂ ਸਾਰੀਆਂ ਹਿਲਸ ਨੇ, ਪਲੇਨਸ ਜਿਹੜੀਆਂ ਮਤਲਬ ਧਰਤੀ ਹੈ ਪਲੇਨ ਜਾਂ ਫਿਰ ਪਹਾੜੀਆਂ ਨੇ, ਉਹ ਸਾਰੀਆਂ ਕਿਸ ਨਾਲ ਭਰ ਜਾਂਦੀਆਂ ਨੇ, ਫੁੱਲ ਬੂਟਿਆਂ ਨਾਲ ਭਰ ਜਾਂਦੀਆਂ ਨੇ। in this way the west wind acts as a protector, protecting the beauty ਐਂਡ ਹੈਲਥ ਆਫ ਨੇਚਰ। ਇਸ ਤਰ੍ਹਾਂ ਜਿਹੜੀ ਵੈਸਟ ਵਿੰਡ ਹੈ ਉਹ ਇੱਕ ਪ੍ਰੋਟੈਕਟਰ ਦਾ ਕੰਮ ਕਰਦੀ ਹੈ। ਕਿਸ ਨੂੰ ਪ੍ਰੋਟੈਕਟ ਕਰਦੀ ਹੈ? ਉਹ ਬਿਊਟੀ ਨੂੰ ਅਤੇ ਹੈਲਥ ਨੂੰ, ਨੇਚਰ ਦੀ ਬਿਊਟੀ ਅਤੇ ਹੈਲਥ ਨੂੰ ਪ੍ਰੋਟੈਕਟ ਕਰਦੀ ਹੈ। ਦ ਵੈਸਟ ਵਿੰਡ ਇਜ਼ ਦ ਫਿਊਨਰਲ ਸੌਂਗ ਆਫ ਦ ਡਾਇੰਗ ਈਅਰ, ਮਤਲਬ ਜਿਹੜਾ ਸਾਲ ਹੈ ਮਰਦਾ ਸਾਲ, ਜਾਂ ਫਿਰ ਆਪਾਂ ਕਹਿ ਲਓ ਜਿਹੜਾ ਸਾਲ ਜਦੋਂ ਖਤਮ ਹੋਣ ਲੱਗਦਾ ਸਾਲ ਦੇ ਅੰਤ ਦੇ ਵਿੱਚ, ਉਸ ਦਾ ਇੱਕ ਕੀ ਹੈ ਇਹ ਸੈਡ ਸੌਂਗ ਹੈ, ਫਿਊਨਰਲ ਸੌਂਗ ਹੈ। ਇਟ ਡਰਾਈਵਜ਼ ਦ ਕਲਾਉਡਸ ਅਕਰੋਸ ਦ ਸਕਾਈ, ਮਤਲਬ ਆਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹਨਾਂ ਨੂੰ ਇਹ ਆਪਣੇ ਨਾਲ ਲੈ ਜਾਂਦੀ ਹੈ। ਦ ਕਲਾਉਡਸ ਦੈਟ ਦ ਵੈਸਟ ਵਿੰਡ ਡਰਾਈਵਜ਼, ਮਤਲਬ ਜਿਹੜੇ ਬੱਦਲ ਹੁੰਦੇ ਨੇ ਜੋ ਵੈਸਟ ਵਿੰਡ ਦੁਆਰਾ ਮਤਲਬ ਲਿਜਾਏ ਜਾਂਦੇ ਨੇ, ਆਰ ਦ ਮੈਸੇਂਜਰ ਆਫ ਰੇਨ ਐਂਡ ਲਾਈਟਨਿੰਗ, ਉਹ ਕਿਸ ਚੀਜ਼ ਦਾ ਮੈਸੇਂਜਰ ਹੁੰਦੇ ਨੇ? ਰੇਨ ਆਪਣਾ ਵਰਖਾ ਅਤੇ ਲਾਈਟਨਿੰਗ ਬਿਜਲੀ ਦਾ। ਦ ਵੈਸਟ ਵਿੰਡ ਆਲਸੋ ਸਿੰਗਜ਼ ਦ ਡੈਥ ਸੌਂਗ ਆਫ ਦ ਈਅਰ, ਇਹ ਮਤਲਬ ਜਿਹੜਾ ਈਅਰ ਹੈ ਸਾਲ ਹੈ ਉਸ ਦਾ ਡੈਥ ਸੌਂਗ, ਮਤਲਬ ਜਦੋਂ ਸਾਲ ਦਾ ਅੰਤ ਹੁੰਦਾ ਹੈ ਉਸ ਦਾ ਡੈਥ ਸੌਂਗ ਹੈ ਜਿਹੜਾ ਉਹ ਵੀ ਗਾਉਂਦੀ ਹੈ ਇਹ ਜਿਹੜੀ ਵੈਸਟ ਵਿੰਡ ਹੈ। ਦ ਡਾਰਕ ਨਾਈਟ ਲੁਕਸ ਲਾਈਕ ਇਟਸ ਟੌਂਬ, ਜਿਹੜੀ ਡਾਰਕ ਨਾਈਟ ਹੈ ਉਹ ਇਸ ਤਰ੍ਹਾਂ ਲੱਗਦੀ ਜਿਸ ਤਰ੍ਹਾਂ ਕਿ ਇਸ ਦੀ ਕਬਰ ਹੋਵੇ ਸਾਲ ਦੀ, ਮਤਲਬ ਜਾਂਦਾ, ਕਿਉਂਕਿ ਸਾਲ ਦੇ ਅੰਤ ਦੀ ਗੱਲ ਹੋ ਰਹੀ ਹੈ ਨਾ। ਦ ਵਾਸਟ ਸਕਾਈ ਅਪੀਅਰਸ ਟੂ ਬੀ ਅ ਬਿਗ ਡੂਮ ਓਵਰ ਦੈਟ ਟੌਂਬ, ਤੇ ਜਿਹੜਾ ਸਕਾਈ ਆ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਸ ਕਬਰ ਦੇ ਉੱਪਰੋਂ ਇੱਕ ਗੁੰਬਦ ਹੋਵੇ, ਡੂਮ ਹੁੰਦਾ ਗੁੰਬਦ। ਦ ਵੈਸਟ ਵਿੰਡ ਹੈਜ਼ ਪਾਵਰ ਓਵਰ ਦ ਓਸ਼ੀਅਨ ਆਲਸੋ, ਸਮੁੰਦਰ ਦੇ ਉੱਪਰ ਵੀ ਆਪਣੀ ਪਾਵਰ ਹੈ ਜਿਹੜੀ ਉਹ ਦਿਖਾਉਂਦੀ ਹੈ ਵੈਸਟ ਵਿੰਡ। ਇਟ ਵੇਕਸ ਦ ਓਸ਼ੀਅਨ ਫਰੋਮ ਸਮਰ ਡਰੀਮ, ਜਿਹੜਾ ਓਸ਼ੀਅਨ ਹੈ ਉਸ ਨੂੰ ਇਹ ਸਮਰ ਡਰੀਮ, ਗਰਮੀ ਦੇ ਜਿਹੜੇ ਸੁਪਨੇ ਨੇ ਉਸ ਤੋਂ ਜਗਾਉਂਦਾ ਹੈ। ਇਟ ਮੇਕਸ ਇਟਸ ਪਾਵਰ felt not only on the surface of the ocean but at its bottom also, ਸਿਰਫ ਇਹ ਸਰਫੇਸ, ਸਿਰਫ ਸਮੁੰਦਰ ਦੇ ਉੱਤਰ ਹੀ ਮਤਲਬ ਉੱਪਰ ਹੀ ਪ੍ਰਭਾਵ ਨਹੀਂ ਦਿਖਾਉਂਦੀ, ਸਮੁੰਦਰ ਦੇ ਬੋਟਮ ਤਲ ਦੇ ਉੱਪਰ ਵੀ ਪ੍ਰਭਾਵ ਦਿਖਾਉਂਦੀ ਹੈ, ਸਮੁੰਦਰ ਦੇ ਅੰਦਰ ਵੀ। when the noise of the west wind is heard, ਜਦੋਂ ਵੈਸਟ ਵਿੰਡ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾਂਦੀ ਹੈ, the sea plants and flowers shake, ਜਿਹੜੇ ਸਮੁੰਦਰ ਦੇ ਜਿਹੜੇ ਪਲਾਂਟਸ ਨੇ ਅਤੇ ਆਪਣਾ ਫੁੱਲ ਬੂਟਿਆਂ ਵਾਲੇ ਪੌਦੇ ਨੇ ਉਹ ਕੀ ਕਰਦੇ ਨੇ? ਸ਼ੇਕ, ਉਹ ਹਿਲਦੇ ਨੇ ਅੰਦਰ। ਅਨਫੋਰਚੂਨੇਟਲੀ ਦ ਪੋਇਟ ਕੈਨ ਨਾਟ ਫੀਲ ਦ ਪਾਵਰ ਆਫ ਦ ਵੈਸਟ ਵਿੰਡ ਬਿਕੋਜ਼ ਹੀ ਇਜ਼ ਨਾਟ ਅ ਲੀਫ, ਅ ਕਲਾਉਡ ਔਰ ਅ ਵੇਵ। ਬਦਕਿਸਮਤੀ ਦੇ ਨਾਲ ਜਿਹੜਾ ਪੋਇਟ ਹੈ ਕਹਿੰਦਾ ਉਹ ਵੈਸਟ ਵਿੰਡ ਦੀ ਜਿਹੜੀ ਪਾਵਰ ਹੈ ਉਸ ਨੂੰ ਫੀਲ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਪੱਤਾ, ਇੱਕ ਬੱਦਲ ਜਾਂ ਫਿਰ ਇੱਕ ਵੇਵ, ਇੱਕ ਲਹਿਰ ਨਹੀਂ ਹੈਗਾ। ਹੀ ਵਾਂਟਸ ਟੂ ਫੀਲ ਦ ਪਾਵਰ ਆਫ ਵੈਸਟ ਵਿੰਡ, ਉਹ ਚਾਹੁੰਦਾ ਹੈ ਵੈਸਟ ਵਿੰਡ ਦੀ ਪਾਵਰ ਫੀਲ ਕਰਨਾ। ਸੋ ਹੀ ਅਪੀਲਸ ਟੂ ਦ ਵੈਸਟ ਵਿੰਡ ਟੂ ਲਿਫਟ ਹਿਮ ਐਜ਼ ਅ ਲੀਫ, ਕਲਾਉਡ ਔਰ ਵੇਵ। ਉਹ ਕਹਿੰਦਾ ਕਿ ਇੱਕ ਪੱਤੇ ਦੀ ਤਰ੍ਹਾਂ, ਬੱਦਲ ਦੀ ਤਰ੍ਹਾਂ ਤੇ ਇੱਕ ਵੇਵ, ਲਹਿਰ ਦੀ ਤਰ੍ਹਾਂ ਵੈਸਟ ਵਿੰਡ ਜਿਹੜੀ ਉਸ ਨੂੰ ਉੱਪਰ ਚੁੱਕੇ।
द पोइट रिक्वेस्ट्स द पावरफुल वैस्ट विंड टू ट्रीट हिम एज इट ट्रीट्स द फॉरेस्ट। जिस तरह की जंगलों के नाल वो ट्रीट करती है उस तरह कवि चाहता है कि वैस्ट विंड उस दे नाल ट्रीट करे। इन दिस वे तो इस तरह दिस डेड थाट्स हिज डेड थाट्स विल स्प्रैड एवरीवेयर एंड गिव बर्थ टू न्यू आइडियाज़ इन द वर्ल्ड। तो कहता इस तरह जोड़े उस दे डेड थाट्स ने मरिया हुई जोड़ियाँ सोच ने उस आइडियाज़ ने वो सारी दुनिया के विच सारे वर्ल्ड के विच फैल जाएंगे। द पीरीयड ऑफ मिजरी एंड सफरिंग मस्ट एंड, मतलब जोड़ा पीरीयड है दुखों का पीरीयड है उसका बिल्कुल अंत होगा। एंड द गोल्डन एज मस्ट कम, तो गोल्डन एज है जी वो जरूर आएगी। इफ विंटर कम्स, जेकर जी सर्द रुत है वो आती है। कैन स्प्रिंग भी फेयर बिहाइंड, तो यदा मतलब ये नहीं है कि बसंत रुत है जी वो चली गई। नो नैवर, अजिहा कदे नहीं होंदा। सो ये सी अपना फस्ट लॉन्ग क्वेश्चन ओड टू द वैस्ट विंड। जेकर तुहानू समझ लगी है, अच्छा लग्या है तो वीडियो को लाइक तो शेयर जरूर करो, और जेकर चैनल पर नवे हो तो चैनल को सबसक्राइब करना बिल्कुल नहीं भूलना। सो मिलते हैं अगली वीडियो लैके, उदों तक दो इजाज़त। थैंक यू सो मच।